Hey there, this is Simran from Simran IELTS Academy. So today we will do reading module and especially the questions of reading module that are called true, false, not given and yes, no, not given. ਇਹ ਕੁਐਸਚਨਸ ਨੇ ਜਿਨ੍ਹਾਂ ਨੂੰ ਸਟੂਡੈਂਟਸ ਬਹੁਤ ਹੀ ਜ਼ਿਆਦਾ ਡਿਫਿਕਲਟ ਮੰਨਦੇ ਨੇ ਬਟ ਅੱਜ ਮੈਂ ਤੁਹਾਨੂੰ ਕੁਝ ਇਹੋ ਜਿਹੀਆਂ ਟਿਪਸ ਐਂਡ ਟੈਕਨੀਕਸ ਦੱਸੂਗੀ ਜਿਨ੍ਹਾਂ ਨੂੰ ਯੂਜ਼ ਕਰਕੇ ਤੁਸੀਂ ਟਰੂ ਫਾਲਸ ਨਾਟ ਗਿਵਨ ਐਂਡ ਯੈਸ ਨੋ ਨਾਟ ਗਿਵਨ within a second ਹੀ ਸੋਲਵ ਕਰ ਸਕਦੇ ਹੋ ਸੋ ਲੈਟਸ ਬਿਗਿਨ ਸੋ ਟਰੂ ਫਾਲਸ ਨਾਟ ਗਿਵਨ ਐਂਡ ਯੈਸ ਨੋ ਨਾਟ ਗਿਵਨ ਸਭ ਤੋਂ ਪਹਿਲੀ ਚੀਜ਼ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਟਰੂ ਫਾਲਸ ਨਾਟ ਗਿਵਨ ਐਂਡ ਯੈਸ ਨੋ ਨਾਟ ਗਿਵਨ ਦੇ ਵਿੱਚ ਮੇਨ ਡਿਫਰੈਂਸ ਕੀ ਹੁੰਦਾ ਹੈ ਯੂਜੂਅਲੀ ਸਟੂਡੈਂਟਸ ਕੰਸੀਡਰ ਕਰਦੇ ਨੇ ਕਿ ਇਹਨਾਂ ਦੇ ਵਿੱਚ ਕੋਈ ਵੀ ਡਿਫਰੈਂਸ ਨਹੀਂ ਹੈ ਬਟ ਇਹਨਾਂ 'ਚ ਡੈਫੀਨੇਟਲੀ ਡਿਫਰੈਂਸ ਹੁੰਦਾ ਹੈ True false not given are always fact based questions and yes no not given are always opinion based questions फैक्ट बेस्ड और ओपीनियन बेस्ड का मतलब की है अगर तुसी जो ट्रू फॉल्स नॉट गिवन क्वेश्चंस देखोगे तो ट्रू फॉल्स नॉट गिवन क्वेश्चन लिखिया होंदा है इफ द इंफॉर्मेशन मैचेस विद द इंफॉर्मेशन इन द पैसेज then ਤੁਹਾਡਾ ਆਨਸਰ ਹੁੰਦਾ ਹੈ ਟਰੂ ਹੁੰਦਾ ਹੈ ਰਾਈਟ ਹਾਊਐਵਰ ਇਨ ਦ ਕੇਸ ਆਫ ਯੈਸ ਨੋ ਨਾਟ ਗਿਵਨ ਹਮੇਸ਼ਾ ਇਹ ਲਿਖਿਆ ਹੁੰਦਾ ਹੈ ਇਫ ਦ ਇਨਫੋਰਮੇਸ਼ਨ ਅਗਰੀਜ਼ ਵਿਦ ਦ ਇਨਫੋਰਮੇਸ਼ਨ ਇਨ ਦ ਪੈਸੇਜ then your answer is yes so basically ਅਗਰ ਆਪਾਂ ਇਹਨੂੰ ਬਹੁਤ ਸਿੰਪਲ ਵਰਡਸ ਦੇ ਵਿੱਚ ਸਮਝੀਏ ਤਾਂ ਇਹਦਾ ਮੀਨਿੰਗ ਇਹ ਹੈ ਕਿ ਅਗਰ ਤਾਂ ਪੈਸੇਜ 'ਚ ਦਿੱਤੀ ਹੋਈ ਇਨਫੋਰਮੇਸ਼ਨ ਟਰੂ ਫਾਲਸ ਨਾਟ ਗਿਵਨ 'ਚ ਦਿੱਤੇ ਹੋਏ ਕੁਐਸਚਨ ਸਟੇਟਮੈਂਟ ਵਾਲੇ ਫੈਕਟ ਨੂੰ ਪ੍ਰੂਵ ਕਰ ਰਹੀ ਹੈ then our answer would be true however ਅਗਰ ਪੈਸੇਜ 'ਚ ਦਿੱਤੀ ਹੋਈ ਇਨਫੋਰਮੇਸ਼ਨ ਕੁਐਸਚਨ ਵਾਲੀ ਇਨਫੋਰਮੇਸ਼ਨ ਨੂੰ ਡਿਸਅਪਰੂਵ ਕਰ ਰਹੀ ਹੈ then our answer would be false and ਅਗਰ ਨਾ ਹੀ ਜਿਹੜੀ ਇਨਫੋਰਮੇਸ਼ਨ ਪੈਸੇਜ 'ਚ ਦਿੱਤੀ ਹੋਈ ਹੈ ਕੁਐਸਚਨ ਨੂੰ ਅਪਰੂਵ ਕਰ ਰਹੀ ਹੈ ਨਾ ਹੀ ਉਸ ਫੈਕਟ ਨੂੰ ਡਿਸਅਪਰੂਵ ਕਰ ਰਹੀ ਹੈ then our answer would be not given similarly in the case of yes no not given ਅਗਰ ਸਪੋਜ਼ ਮੈਂ ਕੋਈ ਗੱਲ ਕਹੀ ਰਾਈਟ ਮੇਰੀ ਕੋਈ ਹੋਈ ਗੱਲ ਦੇ ਨਾਲ ਜੋ ਕਿ ਆਪਣੀ ਕੁਐਸਚਨ ਸਟੇਟਮੈਂਟ ਹੁੰਦੀ ਹੈ ਪੈਸੇਜ 'ਚ ਦਿੱਤੀ ਹੋਈ ਇਨਫੋਰਮੇਸ਼ਨ ਉਸ ਸਟੇਟਮੈਂਟ ਦੇ ਨਾਲ ਅਗਰੀ ਕਰ ਰਹੀ ਹੈ then our answer would be yes अगर वो इंफॉर्मेशन डिसअग्री कर रही है then our answer would be no अगर वो इंफॉर्मेशन ना ही अग्री कर रही है ना ही डिसअग्री कर रही है then our answer would be not given क्योंकि ਆਪਾਂ क्वेश्चंस ਨੂੰ ਸੋਲਵ ਕਰਨ ਲੱਗੇ ਸਹੀ ਥਾਟ ਪ੍ਰੋਸੈਸ ਨੂੰ ਚੂਜ਼ ਨਹੀਂ ਕਰਦੇ that's why majority of students ਦੇ true और yes answers ਤਾਂ ਸਹੀ ਹੁੰਦੇ ਨੇ but they get confused between false and not given because ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਅਸੀਂ false ਲਗਾਈਏ ਜਾਂ not given ਲਗਾਈਏ ਰਾਈਟ ਸੋ ਪਹਿਲੀ ਚੀਜ਼ ਤਾਂ ਹਮੇਸ਼ਾ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਹੈ that you have to choose the method wisely ਕਿ ਆਪਾਂ ਐਕਚੁਅਲ ਆਪਣਾ thought process ਕੀ ਰੱਖਣਾ ਹੈ when we are solving true false not given ਔਰ ਜਦੋਂ ਆਪਾਂ solve ਕਰ ਰਹੇ ਹਾਂ yes no not given right then the tips and techniques so first tip related to these questions is usage of distractors so basically ਜਿਹੜਾ word distractor ਹੈ ਇਹ itself indicate ਕਰਦਾ ਹੈ ਉਹ words ਜਿਹੜੇ ਆਪਣੇ ਧਿਆਨ ਨੂੰ ਭਟਕਾਉਂਦੇ ਨੇ ਰਾਈਟ ਬਹੁਤ ਟਾਈਮ ਇਹੋ ਜਿਹੀ ਸਿਚੁਏਸ਼ਨ ਆਉਂਦੀ ਹੈ when ਕੁਝ words ਜੋ ਹੁੰਦੇ ਬਹੁਤ ਇੰਪੋਰਟੈਂਟ ਨੇ ਬਟ ਆਪਾਂ ਉਹਨਾਂ ਨੂੰ ਇਗਨੋਰ ਕਰ ਦਿੰਦੇ ਆ ਇਹ words ਹੁੰਦੇ ਨੇ like we have a word only then we have all then we have then there is majority few some minority seem believe claim so far ਇੱਦਾਂ ਦੇ ਜਿੰਨੇ ਵੀ ਵਰਡਸ ਹੁੰਦੇ ਨੇ ਇਹ ਸਾਰੇ ਦੇ ਸਾਰੇ ਵਰਡ ਹੀ ਡਿਸਟਰੈਕਟਰਸ ਦੇ ਵਿੱਚ ਕਾਊਂਟ ਕੀਤੇ ਜਾਂਦੇ ਨੇ ਇਹਨਾਂ ਨੂੰ ਡਿਸਟਰੈਕਟਰ ਕਿਉਂ ਕਿਹਾ ਜਾਂਦਾ ਹੈ ਬਿਕਾਜ਼ ਇਹ ਜਿਹੜੇ ਵਰਡਸ ਨੇ ਜਦੋਂ ਵੀ ਆਪਾਂ ਕਿਸੇ ਕੁਐਸਚਨ ਸਟੇਟਮੈਂਟ ਨੂੰ ਪੜ੍ਹਦੇ ਆ ਆਪਾਂ ਇਹਨਾਂ ਵਰਡਸ ਉੱਤੇ ਜ਼ਿਆਦਾ ਧਿਆਨ ਨਹੀਂ ਦਿੰਦੇ ਔਰ ਸਮ ਟਾਈਮਸ ਇਟਸ ਵੈਰੀ ਨੈਚੁਰਲ ਕਿ ਇਹ ਵਰਡਸ ਆਟੋਮੈਟਿਕਲੀ ਹੀ ਸਕਿਪ ਹੋ ਜਾਂਦੇ ਨੇ ਬਟ majority of questions ਦੇ ਵਿੱਚ ਆਨਸਰ ਹੁੰਦੇ ਹੀ ਇਹਨਾਂ ਦੇ ਬੇਸ ਦੇ ਉੱਤੇ ਨੇ ਰਾਈਟ ਸਿਮਿਲਰਲੀ ਇਹਨਾਂ ਡਿਸਟਰੈਕਟਰਸ ਦੇ ਨਾਲ ਨਾਲ ਜਿੰਨੇ ਵੀ ਐਲਵਾਈ ਸਟਰਕਚਰ ਵਾਲੇ ਵਰਡਸ ਨੇ ਲਾਈਕ ਵੀ ਹੈਵ ਫ੍ਰੀਕੁਐਂਟਲੀ ਓਕੇਜਨਲੀ ਯੂਜਲੀ ਪਰਫੈਕਟਲੀ ਇਹ ਜਿੰਨੇ ਵੀ ਵਰਡਸ ਨੇ ਇਹ ਵੀ ਡਿਸਟਰੈਕਟਰਸ ਦਾ ਕੰਮ ਕਰਦੇ ਨੇ ਰਾਈਟ ਸਪੋਜ਼ ਵੀ ਹੈਵ ਅ ਕੁਐਸਚਨ I'm writing down a question so as we have this question this is the question like Italy is probably the first country to manufacture pencils and then we have the information in the passage that in Italy perhaps the first ever pencil was manufactured right ਹੁਣ ਇਸ ਦੇ ਵਿੱਚ basically difference is very less like they have mentioned ਇੱਥੇ the first ਲੱਗਾ ਹੋਇਆ country ਦੇ ਨਾਲ and ਇੱਥੇ the first ਲੱਗਾ ਹੋਇਆ pencil ਦੇ ਨਾਲ majority of students ਹਮੇਸ਼ਾ ਇਸ question ਨੂੰ false ਜਾਂ not given ਹੀ ਮਾਰਕ ਕਰਨਗੇ because ਉਹ ਕਹਿਣਗੇ ਕਿ ਆਪਣੀ information exactly match ਨਹੀਂ ਕਰ ਰਹੀ because they are saying the first is country and here the first is pencil but ਇਹਦਾ answer true ਆਏਗਾ ਉਹ ਕਿਉਂ ਆਏਗਾ because we have to match the whole information and match the meaning of the information right they are saying Italy is
probably means शायद, राइट. probably definitely ਇੱਥੇ ਕੀ ਹੈ, ਇੱਕ distractor ਹੈ. similarly ਆਪਾਂ ਦੇਖਦੇ ਹਾਂ ਕਿ ਅਗਰ ਤੇ distractor ਦਾ same ਕੋਈ synonym ਜਾਂ ਇਹ same distractor ਹੀ ਆਪਾਂ ਨੂੰ second information ਦੇ ਵਿੱਚ ਵੀ ਦਿੱਤਾ ਹੋਇਆ ਹੈ, then our answer ਆਊਗਾ true, right. अब जिवें इत्थे दिता होया perhaps, perhaps का मतलब भी की हुंदा है शायद. so it matches. then they are saying Italy सब तो पहली country सी जिथे पेंसिल बनी है, right. and इत्थे की लिखा होया कि इटली दे विच शायद सब तो पहली पेंसिल बनी है. शायद इटली पहली कंट्री है जिथे पेंसिल बनी है, इटली च शायद पहली पेंसिल बनी है, राइट. दोनों का मीनिंग की है, सेम ही है. सो दैट्स व्हाई आवर आंसर इज ट्रू. अब हुण इस क्वेश्चन स्टेटमेंट है जिहड़ी फॉल्स कदों होगी, राइट. देखो इत्थे इन्हां ने की लिखिया होया probably, right. अगर probably की जगह पे इत्थे इन्हां ने लिखिया हुंदा definitely, right. definitely shows surety, however probably shows a confusion कि शायद है. ये कह रहे हैं पक्के तौर देते हैं, राइट. तो मीन जेडे डिस्ट्रैक्टर्स ने वो एक दूसरे नाल की करके ऑल्टर कर गए. सो इन दिस केस अपना आंसर की आएगा फॉल्स आएगा, राइट. हुण ये आंसर नॉट गिवन कदों हुंदा, अगर इत्थे कुछ भी ना दिता हुंदा, right. in Italy the first ever pencil was manufactured, that is a fact कि ये इटली दे विच पहली जिहड़ी पेंसिल है बनी है. बट अपना क्वेश्चन की है शायद ये इटली च पहली पेंसिल बनी है. दे आर शोइंग इट डाउटफुल. ना ही इनू अप्रूव कर रहे हैं कि शायद बनी है या नहीं बनी, ना ही इनू डिसअप्रूव कर रहे हैं, राइट. सो इन दिस केस आवर आंसर वुड बी नॉट गिवन. सो अगर द डिस्ट्रैक्टर सेम मैच कर जाते हैं तो अपना आंसर आता है ट्रू. अगर डिस्ट्रैक्टर द ऑपोजिट एंटोनियम प्रेजेंट होता है देन आवर आंसर वुड बी फॉल्स. अगर वो डिस्ट्रैक्टर दिता ही नहीं होया देन आवर आंसर वुड बी डायरेक्टली नॉट गिवन, राइट. सो दिस इज अ ट्रिक कि आप हमेशा डिस्ट्रैक्टर्स का ध्यान रखना है. आई वुड प्रेजेंट अनदर एग्जांपल लाइक सो दिस इज अनदर एग्जाम्पल. इस दे विच अगर अपना क्वेश्चन देखिए तो एक फैक्ट है विच इज सेइंग दैट people have diabetes in Korea, means कोरिया ਦੇ ਵਿੱਚ ਲੋਕਾਂ ਨੂੰ डायबिटीज हैगी है, that is a fact. ਹੁਣ अगर ये फैक्ट प्रूव होगा then our answer would be true, अगर डिसअप्रूव होएगा तो false, अगर दोनों ही नहीं होंगे then our answer would be not given, right. so अगर आप पैसेज दी हुई इंफॉर्मेशन ਨੂੰ मैच करिए मेजॉरिटी ऑफ स्टूडेंट्स would say कि ये आंसर ट्रू है because people ਦੇ ਨਾਲ people मैच कर रहे हैं, have ਦੇ ਨਾਲ have मैच कर रहे हैं and diabetes ਦੇ ਨਾਲ डायबिटीज मैच कर रहे हैं, कोरिया ਦੇ ਨਾਲ कोरिया मैच कर रहे हैं, राइट. कि ज़्यादातर इंफॉर्मेशन मैच कर रही है और लोगों के माइंड ਦੇ ਵਿੱਚ ਇਹੀ ਮਿਥ ਹੁੰਦੀ ਹੈ कि अगर ऑलमोस्ट सारे स्टेटमेंट मैच कर जाए तो अपना आंसर ट्रू ਹੁੰਦਾ है. बट दिस इज डेफिनेटली not true, right. the reason for that is they have presented us a distractor, right. claim करना और होने ਦੇ ਵਿੱਚ बहुत डिफरेंस ਹੁੰਦਾ है, right. फैक्ट की है कि लोगों ਨੂੰ डायबिटीज हैगी है, जो ਆਪਾਂ ਨੂੰ ਪੈਸੇ 'ਚ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਉਹ ਇਹ ਸ਼ੋ ਕਰ ਰਹੀ ਹੈ ਕਿ ਲੋਕ ਮੰਨਦੇ ਨੇ, ਲੋਕ ਕਲੇਮ ਕਰਦੇ ਨੇ ਕਿ ਉਹਨਾਂ ਨੂੰ ਡਾਇਬੀਟੀਜ਼ ਹੈਗੀ ਹੈ. ਪਰ ਕਲੇਮ ਕਰਨ ਨਾਲ ਇਹ ਫੋਰ ਸ਼ੋਰ ਨਹੀਂ ਹੁੰਦਾ ਕਿ whether they are diabetic or not. ਨਾ ਹੀ ਇਹ ਇਨਫੋਰਮੇਸ਼ਨ ਇਹ ਸ਼ੋ ਕਰ ਰਹੀ ਹੈ ਕਿ ਡੈਫੀਨੇਟਲੀ ਉਹਨਾਂ ਨੂੰ ਡਾਇਬੀਟੀਜ਼ ਹੈਗੀ ਹੈ because they are claiming, they are not saying it ਮੈਨੂੰ ਡਾਇਬੀਟੀਜ਼ ਹੈ, they are just claiming it, right. सो मीनस ये स्टेटमेंट अप्रूव नहीं कर रही, ना ही स्टेटमेंट ਨੂੰ पढ़ के ये लग रहा है कि लोगों ਨੂੰ डायबिटीज नहीं हैगी बिकॉज दे आर डाउटफुल अबाउट इट, राइट. सो ना ही स्टेटमेंट ये फैक्ट प्रूव हो रहा है, ना ही ये फैक्ट डिसअप्रूव हो रहा है. दैट मीनस इस केस ਦੇ ਵਿੱਚ अपना आंसर की होगा नॉट गिवन, राइट. सो ਜਦੋਂ भी कोई भी डिस्ट्रैक्टर्स आ गए एज मैं ਤੁਹਾਨੂੰ प्रीवियस एग्जांपल ਦੇ ਵਿੱਚ ਦੱਸਿਆ ਸੀਗਾ ਇੱਥੇ ਆਪਣੇ ਕੋਲ डिस्ट्रैक्टर ਦਿੱਤਾ ਹੋਇਆ क्लेम. अगर क्वेश्चन ਦੇ ਵਿੱਚ ਜਾਂ ਪੈਸੇਜ ਦੇ ਵਿੱਚ ਉਹ डिस्ट्रैक्टर ਦੋਨੋਂ ਸਟੇਟਮੈਂਟਸ ਦੇ ਵਿੱਚ ਨਹੀਂ ਹੈਗਾ ਜਾਂ ਦੋਨਾਂ 'ਚ ਸਿਰਫ ਇੱਕ ਸਟੇਟਮੈਂਟ 'ਚ ਹੀ ਪ੍ਰੈਜ਼ੈਂਟ ਕੀਤਾ ਹੋਇਆ, ਦੂਸਰੇ 'ਚ ਨਾ ਹੀ ਉਹਦਾ ਸਾਈਨੋਨੀਮ ਦਿੱਤਾ ਹੋਇਆ ਨਾ ਹੀ ਐਂਟੋਨੀਮ ਦਿੱਤਾ ਹੋਇਆ, डायरेक्टली आवर आंसर वुड बी नॉट गिवन, राइट. सो दैट वाज द फर्स्ट ट्रिक रिलेटेड टू डिस्ट्रैक्टर्स. सो आई होप ਤੁਹਾਨੂੰ ਇਹ ਪੁਆਇੰਟ ਕਲੀਅਰ ਹੋ ਗਿਆ ਹੋਵੇਗਾ. ਇਫ ਸਟਿਲ ਯੂ ਹੈਵ ਐਨੀ ਡਾਊਟ ਤਾਂ ਤੁਸੀਂ क्वेश्चन स्टेटमेंट लिख के कमेंट सेक्शन दे विच you can ask me about the doubt and I would try to clear out your doubt. So thank you, all the best.